ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੀਕੇ ਸਟੱਡੀ ਪੁਆਇੰਟ ਦੇ ਵਿੱਚ। ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਤੇ ਅੱਜ ਅਸੀਂ ਸਟਾਰਟ ਕਰਾਂਗੇ ਇੱਕ ਨਵਾਂ ਜਿਹੜਾ ਚੈਪਟਰ ਹੈ ਸਾਇੰਸ ਦੇ ਨਾਲ ਅਸੀਂ ਹਿਸਟਰੀ ਨੂੰ ਵੀ ਥੋੜਾ ਜਿਹਾ ਇੱਥੇ ਡਿਸਕਸ ਕਰਾਂਗੇ ਤਾਂ ਕਿ ਤੁਹਾਡੀ ਇੱਕ ਲੋਕਡਾਊਨ ਦੇ ਵਿੱਚ ਕੰਪਲੀਟਲੀ ਜਿਹੜਾ ਹੈ ਇੱਕ ਤਿਆਰੀ ਹੋ ਜਾਵੇ, ਜਿਸ ਵਾਸਤੇ ਜੀ ਇਸ ਵੀਡੀਓ ਨੂੰ ਮੈਂ ਅਪਲੋਡ ਕਰਦਾ ਪਿਆ, ਇਸ ਸੀਰੀਜ਼ ਨੂੰ ਵੀ ਸਟਾਰਟ ਕਰਦਾ ਪਿਆ। ਤਾਂ ਸੋ ਜੋ ਸਟੂਡੈਂਟ ਕਿ ਸਿਰਫ 2 ਮਿੰਟ ਵਾਸਤੇ ਵੇਖਣ ਆਏ ਨਾ, ਉਹਨਾਂ ਵਾਸਤੇ ਕੋਈ ਬੈਨੀਫਿਟ ਨਹੀਂ ਹੋਣਾ, ਕਿਉਂਕਿ ਪੰਜਾਬੀ ਦੇ ਵਿੱਚ ਤੁਸੀਂ ਵੇਖ ਲਓ, ਤੁਹਾਡੀ ਇੱਕ ਬੁੱਕ ਤੁਸੀਂ ਮੰਨ ਲਓ ਹਰ ਪਰਸਨ ਦਾ ਜਿੰਨਾ ਮਰਜ਼ੀ ਕੋਈ ਇੰਸਟੀਟਿਊਟ ਤੋਂ ਪੜ੍ਹ ਲਵੇ, ਪਰ ਫਿਲਹਾਲ ਉਹ ਫਾਈਨਲੀ ਜਾ ਕੇ ਇੱਕ ਬੁੱਕ ਨੂੰ ਚੱਕਦਾ ਹੈ, ਅਰੀਹੰਤ ਹੋਵੇ ਜਾਂ ਤੁਹਾਡੀ ਲੂਸੈਂਟ ਹੋਵੇ, ਤਾਂ ਫਿਰ ਉਸੇ ਬੁੱਕ ਨੂੰ ਚੱਕਦਾ ਹੈ। ਜਿੰਨੇ ਮਰਜ਼ੀ ਨੋਟਸ ਬਣਾ ਲਵੇ, ਉਹਨੇ ਫਾਈਨਲੀ ਉਸੇ ਬੁੱਕ ਨੂੰ ਚੱਕਣਾ। ਅਤੇ ਆਪਾਂ ਇਸੇ ਬੁੱਕ ਨੂੰ ਹੀ ਆਪਾਂ ਇੱਥੇ ਇਹ ਕਰਦੇ ਪਏ ਹਾਂ ਕਿ ਕਿਵੇਂ ਆਪਾਂ ਯਾਦ ਰੱਖਣਾ, ਇੱਕ ਇੱਕ ਲਾਈਨ ਨੂੰ ਕਿਵੇਂ ਮੈਂ ਇੱਥੇ ਤੁਹਾਨੂੰ ਐਕਸਪਲੇਨ ਕਰੂੰਗਾ, ਤਾਂ ਕਿ ਤੁਸੀਂ ਜੇ ਬੁੱਕ ਪੜ੍ਹੋ ਨਾ ਤਾਂ ਤੁਹਾਨੂੰ ਪਤਾ ਹੋਵੇ ਵੀ ਇਸ ਦੇ ਪਿੱਛੇ ਇਹ ਸਟੋਰੀ ਹੈ। ਠੀਕ ਹੈ ਜੀ। ਅਤੇ ਤੁਹਾਡੇ ਸਾਰੇ ਫੈਕਟ ਮੈਂ ਜਿਹੜੇ ਆ ਪੇਪਰਾਂ ਦੇ ਥਰੂ, ਜਿੰਨੇ ਮੈਂ ਪੇਪਰ ਸਾਰੇ ਵੇਖੇ ਨੇ, ਉਸ ਪੇਪਰ ਦੇ ਥਰੂ ਤੁਹਾਨੂੰ ਸਾਰੇ ਫੈਕਟ ਜਿਹੜੇ ਨੇ ਦੱਸੂੰਗਾ ਵੀ ਇੱਥੋਂ ਇਹ ਲਾਈਨ ਤੋਂ ਸਾਨੂੰ ਇਹ ਸਿਰਫ ਕੁਐਸਚਨ ਬਣ ਸਕਦਾ ਹੈ, ਇਹੀ ਸਾਨੂੰ ਫੈਕਟ ਰੱਟਣਾ, ਉਸ ਤੋਂ ਬਾਅਦ ਬਾਕੀ ਸਾਰਾ ਬੇਕਾਰ ਸਾਨੂੰ ਦਿੱਤਾ ਹੋਇਆ। ਠੀਕ ਹੈ ਜੀ। ਤਾਂ ਸੋ ਪਲੀਜ਼ ਇਸ ਵੀਡੀਓ ਨੂੰ ਪੂਰੀ ਵੇਖੋ। ਇਸ ਤੋਂ ਮੈਂ ਸਾਇੰਸ ਦੇ ਲੈਕਚਰ ਵੀ ਅਪਲੋਡ ਕਰਦਾ ਪਿਆ, ਉਸ ਨੂੰ ਵੀ ਜਾ ਕੇ ਤੁਸੀਂ ਆਪਣੀ ਸਾਇੰਸ ਨੂੰ ਵੀ ਸਟਰੋਂਗ ਕਰ ਸਕਦੇ ਹੋ, ਨਾਲੇ ਨਾਲ ਤੁਹਾਡੀ ਹਿਸਟਰੀ ਜਿਹੜੀ ਹੈ ਉਹ ਕੰਪਲੀਟ ਹੋ ਜਾਵੇਗੀ। ਮੈਂ ਇਸ ਨੂੰ ਵੀ ਅਪਲੋਡ ਕਰਦਾ ਪਿਆ। ਠੀਕ ਹੈ ਜੀ। ਅਤੇ ਸੋ ਪਲੀਜ਼ ਇਸ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਜੇ ਤੁਹਾਨੂੰ ਥੋੜ੍ਹਾ ਜਿਹਾ ਵੀ ਬੈਨੀਫਿਟ ਹੋਇਆ ਤਾਂ ਉਸ ਨੂੰ ਤੁਸੀਂ ਅੱਗੇ ਜਿਹੜੀ ਨੌਲੇਜ ਹੈ ਸਿਰਫ ਆਪਣੇ ਕੋਲ ਨਾ ਰੱਖ ਕੇ ਵਧਾਉਣ, ਕਿਸੇ ਨੂੰ ਆਪਾਂ ਸ਼ੇਅਰ ਕਰਾਂਗੇ ਫਿਰ ਹੀ ਨੌਲੇਜ ਵੱਧਦੀ ਹੈ। ਠੀਕ ਹੈ ਜੀ। ਤਾਂ ਸੋ ਆਈਏ ਜੀ ਆਪਣੇ ਲੈਕਚਰ ਨੂੰ ਅਸੀਂ ਸਟਾਰਟ ਕਰੀਏ। ਸਭ ਤੋਂ ਪਹਿਲਾਂ ਜੀ ਇਸ ਹਿਸਟਰੀ ਨੂੰ ਪੜ੍ਹਨ ਤੋਂ ਪਹਿਲਾਂ ਨਾ ਆਪਾਂ ਹਿਸਟਰੀ ਨੂੰ ਜਾਣ ਲਈਏ ਕਿ ਹਿਸਟਰੀ ਕਹਿੰਦੀ ਕੀ ਹੈ। ਹਿਸਟਰੀ ਦਾ ਮਤਲਬ ਹੁੰਦਾ ਜੀ ਸਟੋਰੀ, ਹੀ ਅਤੇ ਪਲੱਸ ਸਟੋਰੀ। ਮਤਲਬ ਹਿਸਟਰੀ ਇੱਕ ਐਸਾ ਸਬਜੈਕਟ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਬੜੀ ਇੱਕ ਨਾ ਕਹਿੰਦੇ ਨਾ ਵੀ ਇਹ ਸਿਕਸ਼ਾ ਵੀ ਮਿਲਦੀ ਹੈ, ਵੀ ਇਹ ਸਾਨੂੰ ਇਹ ਪੁਰਾਣੇ ਟਾਈਮ ਦੇ ਵਿੱਚ ਇਹ ਚੀਜ਼ ਹੋਈ ਸੀ, ਅੱਜ ਉਹ ਚੀਜ਼ ਸਾਡੇ ਲਈ ਅੱਜ ਵੀ ਮਾਇਨੇ ਰੱਖਦੀ ਹੈ। ਤਾਂ ਸੋ ਤੁਸੀਂ ਇਹ ਹਿਸਟਰੀ ਜਦੋਂ ਪੜ੍ਹੋਗੇ ਨਾ ਤੁਹਾਨੂੰ ਬਹੁਤ ਵਧੀਆ ਇੰਟਰਸਟ ਆਊਗਾ, ਕਿਉਂਕਿ ਜਿਹੜੇ ਏਸ਼ੀਅੰਟ ਦੇ ਵਿੱਚ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਕਿ ਫੈਕਟ ਹੈਗੇ ਨੇ, ਪਰ ਜਿਹੜੀ ਮਾਡਰਨ ਅਤੇ ਮੈਡਾਈਵਲ ਵਾਲੀ ਹਿਸਟਰੀ ਹੈ ਨਾ, ਬਹੁਤ ਜ਼ਬਰਦਸਤ ਹਿਸਟਰੀ ਹੈ। ਇਸ ਨੂੰ ਪੂਰੀ ਤੁਸੀਂ ਧਿਆਨ ਦੇ ਨਾਲ ਸਮਝੋਗੇ ਤਾਂ ਤੁਹਾਨੂੰ ਬਹੁਤ ਇੰਟਰਸਟ ਆਊਗਾ। ਸੋ ਮੈਂ ਤੁਹਾਨੂੰ ਪੂਰੀ ਸਟੋਰੀ ਦੇ ਵਿੱਚ ਦੱਸੂੰਗਾ, ਐਕਸਪਲੇਨ ਕਰੂੰਗਾ। ਤਾਂ ਇਹ ਹਿਸਟਰੀ ਨੂੰ ਪੜ੍ਹਨ ਤੋਂ ਪਹਿਲਾਂ ਨਾ ਆਪਣੇ ਕੋਲ ਨਾ ਹਿਸਟਰੀ ਪੜ੍ਹਨ ਦਾ ਨਾ ਕੋਈ ਵੀ ਇੱਕ ਪ੍ਰੋਪਰ ਵੇ ਨਹੀਂ ਹੈਗਾ। ਅਸੀਂ ਪ੍ਰੋਪਰ ਜਿਹੜਾ ਵੇ ਹੈ, ਅਸੀਂ ਇੱਕ ਜਿਹੜਾ ਕੈਲੰਡਰ ਯੂਜ਼ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਗੈਗੋਰੀਅਨ ਕੈਲੰਡਰ। ਗੈਗੋਰੀਅਨ ਕੈਲੰਡਰ ਪਹਿਲਾਂ ਲਿਖ ਲਓ ਜੀ, ਗੈਗੋਰੀਅਨ ਕੈਲੰਡਰ, ਜਿਹਨੂੰ ਆਪਾਂ ਅੱਜ ਯੂਜ਼ ਕਰਦੇ ਹਾਂ, ਜਿਹਦੇ ਅਕੋਰਡਿੰਗ ਜਨਵਰੀ, ਫਰਵਰੀ, ਮਾਰਚ ਆਪਾਂ ਸਭ ਕੁਛ ਪੜ੍ਹਦੇ ਹਾਂ। ਉਹਦੇ ਵਿੱਚ 30 ਦਾ ਮਹੀਨਾ ਹੁੰਦਾ, 31 ਦਾ ਮਹੀਨਾ ਹੁੰਦਾ ਜੀ, ਉਹ ਆਪਾਂ ਅੱਜ ਜਿਹੜਾ ਪੜ੍ਹਦੇ ਹੁੰਦੇ ਨਾ ਉਹ ਇਸ ਦੇ ਅਕੋਰਡਿੰਗ ਹੈ। ਹੁਣ ਇਹ ਜਿਹੜੇ ਜਿਸ ਦੇ ਹਿਸਾਬ ਨਾਲ ਅੱਜ ਕਿਹੜੀ ਸਦੀ ਚੱਲਦੀ ਪਈ ਹੈ, 21ਵੀਂ ਸਦੀ ਜਿਹੜੀ ਅੱਜ ਚੱਲਦੀ ਪਈ ਹੈ, 21ਵਾਂ। ਤਾਂ ਇਸ ਸਦੀ ਦੇ ਵਿੱਚ ਜੀ ਇਹ ਜਿਹੜਾ ਪੜ੍ਹਦੇ ਪਏ ਹਾਂ ਇਹ ਗੈਗੋਰੀਅਨ ਕੈਲੰਡਰ ਹੈ। ਠੀਕ ਹੈ ਜੀ। ਅਤੇ ਇਸ ਕੈਲੰਡਰ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਅੱਜ ਤੋਂ 2000 ਸਾਲ ਪਹਿਲਾਂ ਆਪਾਂ ਜਿਹੜੀ ਹਿਸਟਰੀ ਪੜ੍ਹਦੇ ਹਾਂ, ਆਪਾਂ ਕਿਹਨੂੰ ਇਹ ਬੇਸ ਮੰਨ ਕੇ ਚੱਲਦੇ ਹਾਂ, ਅਤੇ ਇਹ ਆਪਾਂ ਮੰਨ ਕੇ ਚੱਲਦੇ ਹਾਂ ਈਸਾ ਮਸੀਹ ਨੂੰ। ਈਸਾ ਮਸੀਹ ਜਿਹੜੇ ਸੀਗੇ ਉਹਨਾਂ ਨੂੰ ਬੇਸ, ਜੈਸਸ ਕ੍ਰਾਈਸਟ ਜਿਹੜੇ ਸੀਗੇ ਉਹਨਾਂ ਨੂੰ ਆਪਾਂ ਆਧਾਰ ਮੰਨ ਕੇ ਚੱਲਦੇ ਹਾਂ। ਤਾਂ ਮੈਂ ਇੱਕ ਟਾਈਮਲਾਈਨ ਬਣਵਾ ਰਿਹਾ, ਪਲੀਜ਼ ਉਸ ਟਾਈਮਲਾਈਨ ਨੂੰ ਬਣਾ ਲੈਣਾ। ਫਿਰ ਅਸੀਂ ਇੱਕ ਇੱਕ ਟੌਪਿਕ ਨੂੰ ਚੱਕ ਕੇ ਨਾ ਪੂਰੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਵੀ ਹਿਸਟਰੀ ਦਾ ਮਤਲਬ ਇੱਥੋਂ ਇਹ ਪੁਆਇੰਟ ਸਾਡੇ ਬਣੇ ਸੀਗੇ, ਤਾਂ ਕਿ ਤੁਹਾਡੀ ਵਧੀਆ ਲੈਵਲ 'ਤੇ ਹਿਸਟਰੀ ਕਵਰ ਹੋਊਗੀ। ਤਾਂ ਇਹ ਜਿਹੜਾ ਜੈਸਸ ਕ੍ਰਾਈਸਟ ਸੀਗਾ, ਜਿਹੜਾ ਈਸਾ ਮਸੀਹ ਸੀਗੇ, ਇਹਦੇ ਜਨਮ ਨੂੰ ਆਪਾਂ 0 ਮੰਨ ਲੈਂਦੇ ਹਾਂ, ਜਦੋਂ ਇਹਨਾਂ ਦਾ ਜਨਮ ਹੋਇਆ ਸੀ 0। ਅਤੇ ਉਸ ਤੋਂ ਪਹਿਲਾਂ ਵਾਲੇ ਟਾਈਮ ਨੂੰ ਆਪਾਂ ਕਹਿੰਦੇ ਹਾਂ BC, ਮਤਲਬ ਬਿਫੋਰ ਦਾ ਕ੍ਰਾਈਸਟ। ਇਹਨਾਂ ਦੇ ਜਨਮ ਤੋਂ ਪਹਿਲਾਂ ਵਾਲੇ ਟਾਈਮ ਤੋਂ ਹਮੇਸ਼ਾ ਆਪਾਂ ਕੀ ਲਗਾਵਾਂਗੇ, BC। ਇੱਥੋਂ ਸਾਨੂੰ ਜਦੋਂ ਵੀ ਤੁਸੀਂ ਪੜ੍ਹੋਗੇ ਨਾ ਹਿੰਦੀ ਦੇ ਵਿੱਚ ਨੂੰ ਆਪਾਂ ਕਹਿੰਦੇ ਈਸਾ ਪੂਰਵ ਲਿਖਦੇ ਹੁੰਦੇ ਹਾਂ ਹਿੰਦੀ ਦੇ ਵਿੱਚ। ਠੀਕ ਹੈ ਜੀ। ਇਹ ਤੁਸੀਂ ਨੋਟ ਕਰਨੀ ਹੈ। ਉਸ ਤੋਂ ਬਾਅਦ ਈਸਾ ਪੂਰਵ ਦੇ ਵਿੱਚ ਨਾ ਅਸੀਂ ਕਿੱਥੋਂ ਤੱਕ ਪੜ੍ਹਦੇ ਹਾਂ, ਅਸੀਂ ਜਿਵੇਂ ਅੱਜ ਤੋਂ 2000 ਸਾਲ ਪਹਿਲਾਂ 0 ਸੀਗਾ, ਅਤੇ ਉਸ ਤੋਂ ਪਹਿਲਾਂ 2000 ਸਾਲ 2500 ਸਾਲ ਪਹਿਲਾਂ ਦੀ ਆਪਾਂ ਹਿਸਟਰੀ ਪੜ੍ਹਦੇ ਹਾਂ, ਜਿੱਥੋਂ ਸਾਡੀ ਹਿਸਟਰੀ ਸਟਾਰਟ ਹੋਈ ਹੈ ਬੇਸਿਕਲੀ। ਠੀਕ ਹੈ ਜੀ। ਤਾਂ ਅੱਜ ਇਹ ਹਿਸਟਰੀ ਜਿਹੜੀ BC ਜਿਹੜਾ ਏਰੀਆ ਹੈ ਜੀ, ਇਸ BC ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ ਹੜੱਪਾ। ਜਿਵੇਂ ਇੱਥੋਂ ਤੁਹਾਨੂੰ ਪਤਾ ਹੋਏਗਾ ਹੜੱਪਾ ਸਭਿਅਤਾ ਜਿਹੜੀ ਸੀ ਜਦੋਂ ਸਟਾਰਟਿੰਗ ਹੋਈ ਸੀ, ਮੈਂ ਦੱਸੂੰਗਾ ਵੀ ਜਿਹੜੀ ਹੜੱਪਾ ਸਭਿਅਤਾ ਕਦੋਂ ਸਟਾਰਟ ਹੋਈ ਸੀ, 2500 ਤੋਂ ਲੈ ਕੇ 1700 ਦੇ ਵਿੱਚ। ਇਹ ਸਾਡੀ ਜਿਹੜੀ ਕਿਹੜੀ ਸਟਾਰਟ ਹੋਈ ਸੀ, ਹੜੱਪਾ ਸਭਿਅਤਾ ਸਟਾਰਟ ਹੋਈ ਸੀ, ਉਹ ਇਸ ਪੀਰੀਅਡ ਦੇ ਵਿੱਚ ਸੀਗੀ। ਠੀਕ ਹੈ ਜੀ। ਆਈ ਹੋਪ ਕਿ ਤੁਸੀਂ ਹੜੱਪਾ ਸਭਿਅਤਾ ਇੱਥੇ ਲਿਖ ਲਓਗੇ, ਟਾਈਮਲਾਈਨ ਬਣਾਓਗੇ। ਸਭ ਤੋਂ ਪਹਿਲਾਂ ਆਪਾਂ ਕੀ ਪੜ੍ਹਦੇ ਹਾਂ, ਸਾਨੂੰ ਹੜੱਪਾ ਦੇ ਬਾਰੇ ਕੁਛ ਨਹੀਂ ਪਤਾ ਸੀ, ਸਾਨੂੰ ਸਿਰਫ ਸਾਡੀ ਹਿਸਟਰੀ ਦੇ ਬਾਰੇ ਪਤਾ ਸੀ 1500 ਸਾਲ
ਪਹਿਲਾਂ ਜਿਵੇਂ ਜੈਸਸ ਕ੍ਰਾइस्ट ਤੋਂ 1500 ਸਾਲ ਪਹਿਲਾਂ ਹਿਸਟਰੀ ਸਾਡੀ ਸਟਾਰਟ ਹੁੰਦੀ ਸੀ, ਜਦੋਂ ਸਾਨੂੰ ਵੈਦਿਕ ਜਿਹੜੇ ਸਾਡੇ ਰਿਗਵੇਦ 4 ਵੇਦ ਲੱਭੇ ਸੀ, ਰਿਗਵੇਦ ਵਿੱਚ ਪੜ੍ਹਿਆ ਸੀਗਾ, ਤਾਂ ਸਾਨੂੰ ਇਹ ਪਤਾ ਲੱਗਿਆ ਵੀ ਈਸਾ ਮਸੀਹ ਤੋਂ 1000 ਸਾਲ 1500 ਸਾਲ ਪਹਿਲਾਂ ਸਾਡਾ ਰਿਗਵੇਦ ਹੈਗਾ ਸੀਗਾ। ਪਰ ਸਾਨੂੰ ਉਸ ਤੋਂ ਪਿੱਛੇ ਵਾਲੇ ਟਾਈਮ ਦੇ ਬਾਰੇ ਕੁਝ ਨਹੀਂ ਪਤਾ ਸੀ। ਪਰ ਜਦੋਂ ਅੰਗਰੇਜ਼ਾਂ ਨੇ ਇੱਕ ਪੂਰਾ ਹੜੱਪਾ ਸਭਿਅਤਾ ਦੀ ਖੋਜ ਕੀਤੀ ਤਾਂ ਸਾਡਾ ਜਿਹੜਾ ਇਤਿਹਾਸ ਹੈ ਉਹ 1000 ਸਾਲ ਹੋਰ ਪਿੱਛੇ ਚਲਾ ਗਿਆ, 2500 ਤੱਕ ਚਲਾ ਗਿਆ, ਜਿੱਥੋਂ ਆਪਾਂ ਕੀ ਕਰਦੇ ਹਾਂ 2500 ਤੋਂ ਲੈ ਕੇ 1700 ਦੇ ਵਿੱਚ ਆਪਾਂ ਕੀ ਪੜ੍ਹਦੇ ਹੁੰਦੇ ਹਾਂ, ਹੜੱਪਾ ਸਭਿਅਤਾ ਪੜ੍ਹਦੇ ਹਾਂ। ਇਹ 1500 ਤੋਂ ਉੱਪਰ ਜਦੋਂ ਆਏ ਸਾਨੂੰ ਨਹੀਂ ਪਤਾ ਵੀ ਇਹ ਜਿਹੜਾ 1700 ਤੋਂ ਲੈ ਕੇ ਜਦੋਂ 1500 ਦੇ ਵਿੱਚ ਇਹ 200-250 ਸਾਲ ਸਾਨੂੰ ਨਹੀਂ ਪਤਾ ਕੀ ਹੋਇਆ। ਤੇ ਤੁਸੀਂ ਇਸ ਹਿਸਟਰੀ ਨੂੰ ਸਮਝਣ ਵਾਸਤੇ, ਜਿਹੜੀ ਹੜੱਪਾ ਨੂੰ ਸਮਝਣ ਵਾਸਤੇ ਤੁਸੀਂ ਕੀ ਕਰੋਗੇ, ਮੋਹਨਜੋਦਾਰੋ ਮੂਵੀ ਵੇਖੋਗੇ। ਉਸ ਦੇ ਵਿੱਚ ਰਿਤਿਕ ਰੋਸ਼ਨ ਕਿਵੇਂ ਸਾਰਿਆਂ ਨੂੰ, ਤੁਹਾਨੂੰ ਪਤਾ ਜੀ ਇੰਡੀਆ ਦੇ ਵਿੱਚ ਐਕਟਰ ਕਦੇ ਮਰਦਾ ਹੀ ਨਹੀਂ ਹੁੰਦਾ, ਉਹ ਬਚਾ ਲੈਂਦਾ ਹੁੰਦਾ ਹਮੇਸ਼ਾ। ਤਾਂ ਰਿਤਿਕ ਰੋਸ਼ਨ ਨੇ ਕਹਿੰਦੇ ਸਾਰਿਆਂ ਨੂੰ ਬਚਾ ਲਿਆ ਸੀਗਾ ਹਿਸਟਰੀ ਦੇ ਵਿੱਚ। ਤਾਂ ਉਹ ਤੁਸੀਂ ਵੇਖ ਸਕਦੇ ਹੋ ਵੀ ਸੁਸਾਇਟੀ ਕਿੱਦਾਂ ਦੀ ਉਸ ਹਿਸਟਰੀ ਦੇ ਵਿੱਚ, ਕਿ ਹੜੱਪਾ ਦੇ ਵਿੱਚ ਕਿੱਦਾਂ ਦੀ ਸੁਸਾਇਟੀ ਸੀ, ਉਹ ਪਰਸਨ ਕਿਵੇਂ ਉੱਪਰ ਜਾਂਦਾ, ਉਹ ਸਾਰੀਆਂ ਚੀਜ਼ਾਂ ਨਾ ਉਹਨੇ ਮੋਹਨਜੋਦਾਰੋ ਮੂਵੀ ਦੇ ਵਿੱਚ ਦੱਸਿਆ। ਉੱਥੇ ਕਿਹੜੇ ਜਾਨਵਰ ਦੇ ਕਾਰਨ ਇਹ ਮੂਵੀ ਫੇਲ ਹੋ ਗਈ, ਜਿਹੜੀ ਉਹ ਨਹੀਂ ਜਾਣਦੇ ਸੀ ਪਰ ਉਹਨਾਂ ਨੇ ਉਹ ਵਿਖਾਤਾ। ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਉਸ ਹਿਸਟਰੀ ਦੇ ਵਿੱਚ ਵੇਖ ਸਕਦੇ ਹੋ। ਉਸ ਤੋਂ ਬਾਅਦ ਦੇਖੋ ਜੀ, ਸਾਡਾ ਰਿਤਿਕ ਰੋਸ਼ਨ ਸਾਨੂੰ ਨਹੀਂ ਪਤਾ ਕੀ ਕਰਦਾ ਰਿਹਾ, ਪਰ ਅਸੀਂ 1500 ਤੋਂ ਲੈ ਕੇ ਅਸੀਂ ਸਟਾਰਟ ਕਰਦੇ ਹਾਂ ਆਪਣੀ ਹਿਸਟਰੀ ਨੂੰ। 1500 ਤੋਂ ਬਾਅਦ ਦੇਖੋ 1500 ਤੋਂ ਲੈ ਕੇ ਫਿਰ ਆਇਆ ਟਾਈਮ ਸਾਡਾ 1500 ਤੋਂ ਲੈ ਕੇ ਫਿਰ ਟਾਈਮ ਸੀਗਾ 600 BC ਤੱਕ। 600 ਇਹਦੇ ਵਿੱਚ BC ਦਾ ਮਤਲਬ ਇੱਕ ਇਹ ਵੀ ਹੁੰਦਾ ਕਿ ਤੁਸੀਂ 2500 ਤੋਂ ਸਟਾਰਟ ਕਰੋਗੇ ਨਾ, ਫਿਰ ਅਗਲਾ ਸਾਲ ਆਏਗਾ 2499, ਫਿਰ ਇੱਦਾਂ ਕਰ ਕਰਕੇ ਆਪਾਂ 0 ਤੇ ਆਵਾਂਗੇ। 0 ਤੇ ਆ ਕੇ ਫਿਰ ਆਪਾਂ 1 2 3 4 ਅੱਜ 2000 ਚੱਲਦਾ ਪਿਆ, ਠੀਕ ਹੈ ਜੀ। ਤਾਂ ਇਸ ਦੇ ਵਿੱਚ BC ਦੇ ਵਿੱਚ ਹਮੇਸ਼ਾ ਕੀ ਹੁੰਦਾ ਹੈ, ਘਟਦੇ ਕ੍ਰਮ ਦੇ ਵਿੱਚ ਲਿਖਣਾ ਹੁੰਦਾ ਹੈ, ਤੇ ਅੱਗੇ ਜਿਹੜਾ 0 ਆ ਜਾਏਗਾ ਫਿਰ ਆਪਾਂ ਵੱਧਦੇ ਕ੍ਰਮ ਦੇ ਵਿੱਚ ਲਿਖਾਂਗੇ, ਠੀਕ ਹੈ ਜੀ। ਤਾਂ ਮੈਂ BC ਵਾਲਾ ਇੱਕ ਵਾਰੀ ਤੁਹਾਡੇ ਨਾਲ ਡਿਸਕਸ ਕਰਦਾ ਪਿਆ, ਮੈਂ ਇਹਨੂੰ ਥੋੜ੍ਹਾ ਜਿਹਾ ਸਾਫ਼ ਕਰਕੇ ਦੁਬਾਰਾ ਬਣਾਉਣਾ। ਤੇ ਇਹ ਜਿਹੜਾ ਮੈਂ 0 ਮੰਨਿਆ ਸੀ, 0 ਤੋਂ ਪਹਿਲਾਂ ਮੈਂ ਹੜੱਪਾ ਤੁਹਾਨੂੰ ਦੱਸ ਚੁੱਕਿਆ। ਉਸ ਤੋਂ ਬਾਅਦ 1500 ਤੋਂ ਲੈ ਕੇ 600 BC ਦੇ ਟਾਈਮ ਨੂੰ 600 BC ਦੇ ਟਾਈਮ ਨੂੰ ਆਪਾਂ 2 ਹਿੱਸਿਆਂ 'ਚ ਡਿਵਾਈਡ ਕਰਦੇ ਹਾਂ। ਪਹਿਲਾਂ ਜਿਹੜਾ 1500 ਤੋਂ ਲੈ ਕੇ 1000 BC ਤੱਕ ਜਿਹੜਾ ਟਾਈਮ ਪੀਰੀਅਡ ਸੀ ਨਾ, ਉਹਨੂੰ ਆਪਾਂ ਕਹਿੰਦੇ ਸੀ ਰਿਗ ਵੈਦਿਕ ਪੀਰੀਅਡ। ਤੇ ਜਿਹੜਾ 1000 BC ਤੋਂ ਲੈ ਕੇ 600 BC ਦੇ ਵਿੱਚ ਸੀਗਾ ਨਾ, ਉਸ ਨੂੰ ਆਪਾਂ ਕਹਿੰਦੇ ਹਾਂ ਲੇਟਰ ਵੈਦਿਕ ਪੀਰੀਅਡ, ਉੱਤਰ ਵੈਦਿਕ ਕਾਲ, ਠੀਕ ਹੈ ਜੀ। ਪਹਿਲੇ ਵਾਲੇ ਨੂੰ ਰਿਗ ਵੈਦਿਕ ਕਾਲ ਤੇ ਉਸ ਤੋਂ ਬਾਅਦ ਵਾਲੇ ਨੂੰ ਉੱਤਰ ਵੈਦਿਕ ਕਾਲ ਕਹਿੰਦੇ ਆ। ਇਹ ਸਾਰਾ ਜਿਹੜਾ ਕਾਲ ਸੀਗਾ ਇਹਨੂੰ ਆਪਾਂ ਕਹਿੰਦੇ ਹਾਂ ਵੈਦਿਕ ਪੀਰੀਅਡ ਜਾਂ ਵੈਦਿਕ ਕਾਲ, ਠੀਕ ਹੈ ਜੀ। 1500 ਤੋਂ ਲੈ ਕੇ 600 BC ਦੇ ਵਿੱਚ ਫਿਰ ਇਹ ਕਾਲ ਦੇ ਵਿੱਚ ਕੀ ਹੋਇਆ ਜੀ, ਤੁਹਾਨੂੰ ਪਤਾ ਹੈ ਇਸ ਕਾਲ ਤੋਂ ਬਾਅਦ ਬਣਨੇ ਸਟਾਰਟ ਹੋਏ ਜਨਪਦ ਦਾ ਮਤਲਬ ਸਮਝਦੇ, ਵੱਡੇ ਕਬੀਲੇ ਜਿਹੜੇ ਸੀਗੇ 6ਵੀਂ ਸ਼ਤਾਬਦੀ ਦੇ ਵਿੱਚ ਬਣਨੇ ਸਟਾਰਟ ਹੋ ਗਏ। 6ਵੀਂ ਸ਼ਤਾਬਦੀ, ਇਹ 100 ਸਾਲਾਂ ਦੇ ਵਿੱਚ 16 ਵੱਡੇ ਜਨਪਦ ਬਣੇ ਸੀ, 16 ਵੱਡੇ ਕਬੀਲੇ ਬਣੇ ਸੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਮਹਾਜਨਪਦ। ਤੁਹਾਡਾ ਇੱਕ ਟੌਪਿਕ ਹੈ ਮਹਾਜਨਪਦ, ਉਹਦੇ ਵਿੱਚ ਕੀ ਸੀਗੇ 16 ਵੱਡੇ ਕਬੀਲੇ ਸੀ। ਇਹਨਾਂ 16 ਕਬੀਲਿਆਂ ਦੇ ਵਿੱਚ ਤੁਸੀਂ ਇਹਨਾਂ ਸਾਰੇ ਆਪਸ ਦੇ ਵਿੱਚ ਲੜ ਪਏ। ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਬੀਲਾ ਸਭ ਤੋਂ ਅੱਗੇ ਆਇਆ ਸੀ, ਉਹ ਕਿੱਥੇ ਸੀਗਾ, ਪਾਟਲੀਪੁੱਤਰ ਦੇ ਵਿੱਚ ਮਗਧ ਜਿਹੜਾ ਕਬੀਲਾ ਸੀਗਾ, ਰਾਜ ਜਿਹੜਾ ਸੀ ਉਹ ਅੱਗੇ ਆਇਆ ਸੀਗਾ। ਉੱਥੇ ਹੀ ਆਪਾਂ ਸਾਰੇ ਰਾਜੇ ਪੜ੍ਹਨੇ ਸਟਾਰਟ ਕਰਦੇ ਹਾਂ, ਹਰੰਕਾ ਡਾਇਨੈਸਟੀ, ਸ਼ਿਸ਼ੂਨਾਗ ਡਾਇਨੈਸਟੀ, ਮੌਰਿਆ ਡਾਇਨੈਸਟੀ, ਇਹ ਸਾਰੇ ਆਪਾਂ ਉੱਥੋਂ ਪੜ੍ਹਨੇ ਸਟਾਰਟ ਕਰਦੇ ਹਾਂ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਰਿਹਾ ਹੋਵੇਗਾ। ਉਸ ਤੋਂ ਬਾਅਦ ਜਦੋਂ ਸਾਰੇ ਕਬੀਲੇ ਬਣਨੇ ਸਟਾਰਟ ਹੋਏ ਤਾਂ ਕਬੀਲਿਆਂ ਦੇ ਵਿੱਚ ਜਦੋਂ ਰਾਜੇ ਬਣਨੇ ਸਟਾਰਟ ਹੋਏ ਤਾਂ ਰਾਜਿਆਂ ਦੇ ਤੁਹਾਨੂੰ ਪਤਾ ਹੈ ਜੀ ਕਿੰਨੇ ਤਰ੍ਹਾਂ ਦੇ ਸ਼ੌਂਕ ਹੁੰਦੇ ਆ, ਕਈ ਗਲਤ ਹੁੰਦੇ ਆ, ਕਈ ਸਹੀ ਵੀ ਹੁੰਦੇ ਆ। ਤਾਂ ਜਦੋਂ ਗਲਤ ਸ਼ੌਂਕ ਹੁੰਦੇ ਆ ਨਾ, ਤਾਂ ਉਸ ਤੋਂ ਕੀ ਹੁੰਦਾ ਜੀ, ਔਰਤ ਦੀ ਜਿਹੜੀ ਸਥਿਤੀ ਹੈ ਉਹ ਥੱਲੇ ਡਾਊਨਫਾਲ ਚਲੀ ਜਾਂਦੀ ਹੈ। ਡਾਊਨਫਾਲ ਜਾਵੇਗੀ ਤਾਂ ਉਹਦੇ ਨਾਲ ਕੀ ਹੁੰਦਾ ਜੀ, ਤਾਂ ਜਦੋਂ ਵੀ ਸੋਸਾਇਟੀ ਦੇ ਵਿੱਚ ਡਾਊਨਫਾਲ ਆਉਂਦਾ, ਕਹਿੰਦੇ ਨਾ ਵੀ ਪਾਪ ਜ਼ਿਆਦਾ ਵੱਧ ਗਿਆ, ਉਦੋਂ ਫਿਰ ਕੀ ਕਰਦੇ ਆ, ਨਵੇਂ ਜਿਹੜੇ ਧਰਮ ਨੇ ਜਨਮ ਲੈ ਲੈਂਦੇ। ਫਿਰ ਉਸ ਟਾਈਮ ਤੁਸੀਂ ਦੇਖੋਗੇ 2 ਨਵੇਂ ਧਰਮ ਬਣੇ ਸੀਗੇ, ਇੱਕ ਸੀਗਾ ਬੁੱਧਿਜ਼ਮ ਤੇ ਇੱਕ ਬਣਿਆ ਸੀਗਾ ਜੈਨਿਜ਼ਮ, ਠੀਕ ਹੈ ਜੀ। ਜੈਨਿਜ਼ਮ ਤੇ ਬੁੱਧਿਜ਼ਮ ਇੱਥੇ ਟੌਪਿਕ ਆਪਾਂ ਐਡ ਕਰਾਂਗੇ, ਫਿਰ ਆਪਾਂ ਇੱਥੇ ਬੁੱਧਿਜ਼ਮ ਜੈਨਿਜ਼ਮ ਪੜਾਂਗੇ। ਉਸ ਤੋਂ ਬਾਅਦ ਮਗਧ ਜਦੋਂ ਮੇਨ ਬਣ ਗਿਆ, ਮਗਧ ਦੇ ਉੱਪਰ ਕੌਣ ਬੈਠੇ ਸੀ ਮੇਨ, ਨੰਦਾ, ਮੌਰਿਆ, ਹਰੰਕਾ, ਇਹ ਸਾਰੀਆਂ ਵੰਸ਼ ਜਿਹੜੇ ਹੈਗੇ ਸੀ ਇਹਨਾਂ ਨੇ ਰਾਜ ਕੀਤਾ, ਜਿਹਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ ਮੌਰਿਆ ਵੰਸ਼ ਦੇ ਬਾਰੇ। ਮੌਰਿਆ ਵੰਸ਼ ਕੌਣ ਸੀਗਾ, ਰਾਜਾ ਸੀਗਾ ਚੰਦਰਗੁਪਤ ਮੌਰਿਆ, ਉਸ ਤੋਂ ਬਾਅਦ ਉਹਦਾ ਬੇਟਾ ਅਸ਼ੋਕ, ਬਿੰਬੀਸਾਰ ਵਗੈਰਾ, ਇਹ ਸਾਰੇ ਅਸ਼ੋਕ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਹਾਲੇ ਇਹ ਮਤਲਬ 1000 ਤੋਂ ਹਜੇ ਵੀ 400 ਸਾਲ ਪਿੱਛੇ ਹੈ। ਉਦੋਂ ਇਹ ਸਾਰਾ ਸਮਰਾਜ ਮਗਧ ਦਾ ਚੱਲਦਾ ਪਿਆ, ਮਗਧ ਦੇ ਵਿੱਚ ਮੌਰਿਆ ਚੱਲਦੇ ਪਏ ਨੇ। ਮੌਰਿਆ ਦੇ ਵਿੱਚ ਕਹਿੰਦੇ ਜੀ 8-10 ਰਾਜੇ ਆਏ ਸੀਗਾ, ਅਸ਼ੋਕ ਤੋਂ ਬਾਅਦ ਵੀ 10-12 ਰਾਜੇ ਸੀਗੇ। ਇਹ ਸਾਰੇ ਰਾਜਿਆਂ ਤੋਂ ਬਾਅਦ ਆਪਾਂ ਪੜ੍ਹਦੇ ਹਾਂ, ਫਿਰ ਇੱਥੋਂ ਆਪਾਂ ਪੜ੍ਹਦੇ ਹੁੰਦੇ ਹਾਂ ਜਦੋਂ ਲਗਭਗ 200 ਦਾ ਟਾਈਮ ਆਇਆ, ਕਿਉਂਕਿ ਇੱਕ ਵੰਸ਼ ਬਹੁਤ ਅੱਗੇ ਚੱਲਿਆ ਸੀ, ਮੌਰਿਆ ਵੰਸ਼ ਮਤਲਬ 200-250 ਸਾਲ ਚੱਲਿਆ ਸੀਗਾ। ਇਹਦੇ ਵਿੱਚ ਮੇਨ ਰਾਜਾ ਆਪਾਂ ਕਿਹੜੇ ਪੜ੍ਹਦੇ ਹਾਂ, ਅਸ਼ੋਕ ਦੇ ਬਾਰੇ, ਠੀਕ ਹੈ ਜੀ।
ਉਹ ਅਸ਼ੋਕ ਤੋਂ ਬਾਅਦ ਫਿਰ ਕੀ ਹੋਇਆ ਤੁਹਾਨੂੰ ਪਤਾ ਜੀ, ਜਦੋਂ ਮੇਨ ਰਾਜਾ ਚਲਾ ਜਾਂਦਾ ਹੈ ਤਾਂ ਜਦੋਂ ਪੈਸਾ ਜ਼ਿਆਦਾ ਹੋਵੇ, ਪੁੱਤਰ ਨਲਾਇਕ ਹੋਵੇ ਤਾਂ ਸਮਰਾਜ ਜਿਹੜਾ ਰਾਜਿਆ ਹੁੰਦਾ ਉਹ ਨਹੀਂ ਚੱਲਦਾ ਹੁੰਦਾ। ਤਾਂ ਵੀਕ ਜਿਹੜੀ ਪ੍ਰੋਸਪੈਰਿਟੀ ਜਿਹੜੀ ਹੁੰਦੀ ਹੈ, ਸਮਰਿੱਧੀ ਦੇ ਨਾਲ ਕਦੇ ਵੀ ਵੀਕਨੈਸ ਸਰਵਾਈਵ ਨਹੀਂ ਕਰ ਸਕਦੀ। ਤਾਂ ਉਸ ਟਾਈਮ 'ਤੇ ਕੀ ਹੋਇਆ ਜੀ, ਉਸ ਟਾਈਮ ਤੇ ਜਿਹੜਾ ਰਾਜਾ ਸੀਗਾ ਉਸ ਟਾਈਮ ਤੋਂ ਬਾਅਦ ਛੋਟੇ ਛੋਟੇ ਵੰਸ਼ ਨੇ, ਜਦੋਂ ਅਸ਼ੋਕ ਮਰ ਗਿਆ ਉਸ ਤੋਂ ਬਾਅਦ ਜਿਹੜਾ ਵੰਸ਼ ਸੀਗਾ ਉਹਦੇ ਜਿਹੜੇ ਰਾਜੇ ਇੰਨੇ ਵਧੀਆ ਨਹੀਂ ਆ ਸਕੇ, ਜਿਸ ਦਾ ਰੀਜ਼ਨ ਹੋਇਆ ਕਿ ਰਾਜ ਛੋਟੇ ਛੋਟੇ ਰਾਜਾਂ 'ਚ ਹਿੰਦੁਸਤਾਨ ਵੰਡ ਗਿਆ। ਉਸ ਦੇ ਬਾਅਦ ਕੁਛ ਬਾਹਰ ਤੋਂ ਹਮਲੇ ਹੋ ਗਏ, ਕੁਛ ਇੰਡੀਆ ਦੇ ਲੋਕਲ ਰਾਜੇ ਸੀ, ਜਿਸ ਦੇ ਬਾਅਦ ਆਪਾਂ ਇਸ ਟਾਈਮ ਪੀਰੀਅਡ ਦੇ ਵਿੱਚ ਜਦੋਂ ਆਪਾਂ ਏਡੀ ਐਂਟਰ ਕਰਦੇ ਨਾ, ਈਸਾ ਪੂਰਵ 0 ਟੱਪ ਕੇ ਆਪਾਂ ਐਂਟਰ ਕਰਦੇ ਹਾਂ, ਉਸ ਟਾਈਮ 'ਤੇ ਆਪਾਂ ਪੜ੍ਹਦੇ ਹੁੰਦੇ ਹਾਂ ਕਨਿਸ਼ਕ ਦੇ ਬਾਰੇ, ਕਨਿਸ਼ਕ ਕੁਸ਼ਾਣ ਵੰਸ਼ ਦੇ ਬਾਰੇ ਪੜ੍ਹਦੇ ਹੁੰਦੇ ਹਾਂ, ਕਨਿਸ਼ਕ ਦੇ ਬਾਰੇ। ਅਤੇ ਕਨਿਸ਼ਕ ਦੇ ਬਾਰੇ ਦੇਖਾਂਗੇ ਅਤੇ ਇੰਡੀਆ ਦੇ ਵਿੱਚ ਜਿਹੜਾ ਚੱਲਦਾ ਪਿਆ ਸੀ ਵੰਸ਼ ਸਾਤਵਾਹਨ, ਇਹ ਆਪਣੀ ਮਾਤਾ ਦੇ ਨਾਮ ਦੇ ਉੱਪਰ ਸਾਰੇ ਨਾਮ ਰੱਖਦੇ ਸੀ, ਸਤਕਰਨੀ, ਗੌਤਮੀ ਪੁੱਤਰ ਸਤਕਰਨੀ, ਵਸ਼ਿਸ਼ਟ, ਇਹ ਸਾਰੇ ਇੱਦਾਂ ਆਪਣੀ ਮਾਤਾ ਦੇ ਨਾਮ ਦੇ ਉੱਪਰ ਨਾਮ ਰੱਖਦੇ ਸੀਗੇ। ਤਾਂ ਇਹ ਆਪਾਂ ਸਾਰੇ ਜੀ ਇੱਥੇ ਹਿਸਟਰੀ ਦੇ ਵਿੱਚ ਪੜ੍ਹਾਂਗੇ। ਉਸ ਤੋਂ ਬਾਅਦ ਜਦੋਂ ਆਪਾਂ ਹੁਣ ਇੱਕ ਚੀਜ਼ ਹੋਰ ਦੇਖ ਲਓ, ਜਦੋਂ ਆਪਾਂ ਏਡੀ ਟੱਪ ਗਏ, ਜਿਵੇਂ ਜੇ 0 ਟੱਪੇ ਸੀ ਨਾ ਆਪਾਂ, ਜਦੋਂ 0 ਟਾਈਮ ਅੱਗੇ ਆ ਗਿਆ, 0 ਤੋਂ ਬਾਅਦ ਜਿਹੜਾ ਅੱਗੇ ਵਾਲਾ ਟਾਈਮ ਹੁਣ ਆਪਾਂ ਕਹਿੰਦੇ ਐਦੋਨੋਮੀਨੀ। ਐਦੋਨੋਮੀਨੀ ਦਾ ਮਤਲਬ ਕੀ ਹੁੰਦਾ ਹੈ? ਐਡੋਨੋਮੀਨੀ ਜਿਵੇਂ ਤੁਸੀਂ ਆਪਣਾ ਪ੍ਰੋਨਾਊਂਸ ਕਰ ਸਕਦੇ ਹੋ, ਇਹਦਾ ਮਤਲਬ ਹੁੰਦਾ ਗੋਡ ਦੇ ਟਾਈਮ ਦੇ ਵਿੱਚ ਕੀ ਚੱਲ ਰਿਹਾ ਸੀਗਾ। ਜੈਸਸ ਕ੍ਰਾਈਸਟ ਦਾ ਜਨਮ ਹੋ ਗਿਆ 0 ਦੀ ਥਾਂ 'ਤੇ, ਉਸ ਤੋਂ ਬਾਅਦ ਗੋਡ ਦੇ ਟਾਈਮ 'ਤੇ ਕੀ ਚੱਲ ਰਿਹਾ ਸੀ, ਉਸ ਟਾਈਮ ਨੂੰ ਆਪਾਂ ਐਦੋਨੋਮੀਨੀ ਕਹਿੰਦੇ ਹਾਂ ਗ੍ਰੀਸ ਦੀ ਲੈਂਗੁਏਜ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਹਰਡ ਵਰਡ ਦੇ ਅੱਗੇ ਆਪਾਂ ਕੀ ਲਗਾਵਾਂਗੇ? 0। ਆ ਮੰਨ ਲਓ 0 ਸੀਗਾ, 0 ਤੋਂ ਬਾਅਦ ਇੱਥੇ ਕਨਿਸ਼ਕ ਹੈਗਾ, ਕਨਿਸ਼ਕ ਤੋਂ ਬਾਅਦ ਇੰਡੀਆ ਦੇ ਵਿੱਚ ਕੌਣ ਸੀ? ਸਾਤਵਾਹਨ ਡਾਇਨੈਸਟੀ, ਸਾਤਵਾਹਨਾਂ ਚੱਲਦੇ ਪਏ ਨੇ। ਤਾਂ ਹੌਲੀ ਹੌਲੀ ਕਰਕੇ ਇਹਨਾਂ ਦੇ ਵਿੱਚ ਕੀ ਹੋਇਆ ਜੀ, ਇੱਥੇ ਜਗੀਰਦਾਰੀ ਸਿਸਟਮ ਸਟਾਰਟ ਹੋਇਆ। ਉਸ ਤੋਂ ਬਾਅਦ ਤੁਸੀਂ ਦੇਖੋਗੇ ਕਨਿਸ਼ਕ ਦੇ ਰਾਜ ਦੇ ਵਿੱਚ ਕਨਿਸ਼ਕ ਦੇ ਰਾਜਿਆਂ ਨੇ 200 ਸਾਲ 250 ਸਾਲ ਤੱਕ ਰਾਜ ਕੀਤਾ। ਤਾਂ ਇੱਥੇ ਕਨਿਸ਼ਕ ਦੇ ਟਾਈਮ 'ਤੇ ਇੱਕ ਚੱਲਿਆ ਸੀ ਕੈਲੰਡਰ, ਉਸ ਕੈਲੰਡਰ ਦਾ ਨਾਮ ਹੈ ਸ਼ਕ ਸੰਵਤ। ਸੰਵਤ ਦਾ ਮਤਲਬ ਹੁੰਦਾ ਜੀ, ਸੰਵਤ ਦਾ ਮਤਲਬ ਹੁੰਦਾ ਕੈਲੰਡਰ। ਸ਼ਾਕਾ ਐਰਾ ਜਿਹਨੂੰ ਆਪਾਂ ਕਹਿੰਦੇ ਹਾਂ ਚਲਾਇਆ ਸੀਗਾ। ਅਤੇ ਉਸ ਕੈਲੰਡਰ ਨੂੰ ਆਪਾਂ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਯੂਜ਼ ਕਰਦੇ ਹਾਂ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਜਿਹੜਾ ਕੈਲੰਡਰ ਚੱਲਿਆ ਸੀ 78 AD ਦੇ ਵਿੱਚ ਚੱਲਿਆ ਸੀ, ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ। ਉਸ ਤੋਂ ਬਾਅਦ ਜਦੋਂ ਫਿਰ 200 ਸਾਲ ਟੱਪ ਗਏ, ਉਸ ਤੋਂ ਬਾਅਦ ਇੱਕ ਨਵਾਂ ਹਿੰਦੁਸਤਾਨ ਦੇ ਵਿੱਚ ਨਵਾਂ ਪੀਰੀਅਡ ਆਇਆ ਜਿਹਨੂੰ ਆਪਾਂ ਕਹਿੰਦੇ ਹਾਂ ਗੁਪਤਾਸ। ਗੁਪਤਾ ਕੀ ਸੀਗੇ ਜੀ? ਗੁਪਤਾ ਜਿਹੜੇ ਸਾਤਵਾਹਨ ਦੇ ਅੰਡਰ ਹੀ ਕੁਛ ਰਾਜੇ ਸੀਗੇ ਜਿਨ੍ਹਾਂ ਨੇ ਬਹੁਤ ਵੱਡੀ ਸਮਰਿੱਧੀ ਹਾਸਲ ਕੀਤੀ ਸੀ। ਉਹ ਗੁਪਤਾ ਦੇ ਵਿੱਚ ਤੁਸੀਂ ਪੜ੍ਹੋਗੇ ਕੌਣ? ਚੰਦਰਗੁਪਤ, ਵਿਕਰਮਾਦਿੱਤਿਆ, ਸਮੁੰਦਰਗੁਪਤ, ਕੁਮਾਰਗੁਪਤ, ਸਕੰਦਗੁਪਤ, ਇਹ ਸਾਰੇ ਜਿਹੜੇ ਰਾਜੇ ਸੀ ਬਹੁਤ ਸ਼ਕਤੀਸ਼ਾਲੀ ਰਾਜੇ ਸੀਗੇ, ਜਿਨ੍ਹਾਂ ਦੇ ਬਾਰੇ ਆਪਾਂ ਇੱਕ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜਦੋਂ ਆਪਾਂ ਗੁਪਤਾ ਦੇ ਬਾਰੇ ਪੜ੍ਹਾਂਗੇ। ਤਾਂ ਇਹਨਾਂ ਨੇ ਵੀ ਲਗਭਗ 200 ਤੋਂ ਲੈ ਕੇ 300-400 ਸਾਲ ਇਹਨਾਂ ਨੇ ਵੀ ਰਾਜ ਕੀਤਾ। ਫਿਰ ਸਾਡਾ ਟਾਈਮ ਆਇਆ, ਇਹਨਾਂ ਦੇ ਟਾਈਮ 'ਤੇ ਨਾ ਜੀ ਪੈਸੇ ਦੀ ਕਮੀ ਹੋ ਗਈ ਸੀ ਹਿੰਦੁਸਤਾਨ ਦੇ ਵਿੱਚ, ਜਿਸ ਦਾ ਰੀਜ਼ਨ ਇਹ ਚੱਲਿਆ ਕਿ ਜਗੀਰਦਾਰੀ ਜਿਹੜਾ ਸਿਸਟਮ ਹੈ ਉਹ ਚੱਲ ਪਿਆ ਸੀ। ਜਗੀਰਦਾਰੀ ਸਿਸਟਮ ਦਾ ਮਤਲਬ ਹੁੰਦਾ ਕਿ ਪੈਸੇ ਕਿਸੇ ਨੂੰ ਸੈਨਾ ਦੇ ਵਿੱਚ ਰੱਖ ਲਿਆ, ਉਹਨੂੰ ਪੈਸੇ ਨਾ ਦੇ ਕੇ ਉਹਨੂੰ ਜਗੀਰਾਂ ਦੇਣੀਆਂ ਸਟਾਰਟ ਕਰਤੀਆਂ, ਜਿੱਥੋਂ ਕੀ ਹੋਇਆ ਵੀ ਉਹ ਉੱਥੇ ਦਾ ਟੈਕਸ ਇਕੱਠਾ ਕਰਦਾ ਸੀ, ਉੱਥੋਂ ਪੈਸਾ ਕਲੈਕਟ ਕਰਦਾ ਸੀ। ਤਾਂ ਕੀ ਹੁੰਦਾ ਸੀ, ਇੱਕ ਟਾਈਮ ਰਾਜੇ ਕੋਲ ਕੀ ਹੁੰਦਾ ਸੀਗਾ, ਪੈਸਾ ਘੱਟ ਹੋ ਜਾਂਦਾ ਸੀਗਾ, ਜ਼ਮੀਨ ਘੱਟ ਹੋ ਜਾਂਦੀ ਸੀ, ਅਤੇ ਉਹਦੇ ਥੱਲੇ ਜਿਹੜਾ ਸੈਨਾਪਤੀ ਉਹਦੇ ਕੋਲ ਪੈਸਾ ਜ਼ਿਆਦਾ ਹੋ ਜਾਂਦਾ ਸੀ, ਜ਼ਮੀਨ ਜ਼ਿਆਦਾ ਹੁੰਦੀ ਸੀ, ਅਤੇ ਉਹ ਕੀ ਕਰਦਾ, ਉਹਦੇ ਖਿਲਾਫ ਖੜਾ ਹੋ ਜਾਂਦਾ ਸੀਗਾ, ਠੀਕ ਹੈ ਜੀ। ਉਸ ਚੀਜ਼ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਫੈਡਰਲਿਜ਼ਮ ਸਿਸਟਮ ਸਟਾਰਟ ਹੋ ਗਿਆ ਸੀ ਗੁਪਤਾ ਦੇ ਟਾਈਮ 'ਤੇ, ਠੀਕ ਹੈ ਜੀ। ਸਾਮੰਤਵਾਦ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਉਸ ਟਾਈਮ ਤੋਂ ਬਾਅਦ ਫਿਰ ਕੀ ਹੋਇਆ ਜੀ, ਗੁਪਤਾ ਦੇ ਅੰਡਰ 200-250 ਸਾਲ ਰਾਜ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਲਗਭਗ ਜਦੋਂ ਕਹਿੰਦੇ ਜੀ 500 AD ਆਇਆ, 0 ਤੋਂ ਲੈ ਕੇ 500 ਦੇ ਤੱਕ ਪਹੁੰਚ ਗਏ ਆਪਾਂ। 500 ਤੋਂ ਬਾਅਦ ਜਦੋਂ ਫਿਰ ਕੀ ਹੋਇਆ ਜੀ, ਇਹਨਾਂ ਦੇ ਅੰਡਰ ਹੀ ਕੁਝ ਸਾਮੰਤ ਸੀਗੇ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹਾਂ, ਹਰਸ਼ਵਰਧਨ ਹੋਣੀ। ਹਰਸ਼ਵਰਧਨ ਦੇ ਮਤਲਬ ਪੁਰਸ਼ਾਭੂਤੀ ਵੰਸ਼ ਜਿਹੜਾ ਸੀ ਉਹ ਹਰਸ਼ਵਰਧਨ ਦਾ ਟਾਈਮ ਪੀਰੀਅਡ ਸੀਗਾ, ਜਿਹਦੇ ਵਿੱਚ ਉਹਦੇ ਬ੍ਰਦਰ ਦੇ ਬਾਰੇ ਪੜ੍ਹਦੇ ਹਾਂ, ਉਹਦੀ ਸਿਸਟਰ ਦੀ ਕਹਾਣੀ ਹੈਗੀ ਹੈ, ਹਰਸ਼ਵਰਧਨ ਦੀ ਕਹਾਣੀ ਹੈਗੀ ਹੈ। ਜਦੋਂ ਆਪਾਂ ਹਰਿਆਣਾ ਹਿਸਟਰੀ ਪੜ੍ਹਦੇ ਹਾਂ ਤਾਂ ਹਰਸ਼ਵਰਧਨ ਦੇ ਬਾਰੇ ਜ਼ਰੂਰ ਪੜ੍ਹਦੇ ਹੁੰਦੇ ਹਾਂ ਆਪਾਂ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਜਦੋਂ 0 ਤੋਂ ਬਾਅਦ 600 ਦੇ ਨੇੜੇ ਆ ਗਏ, ਕਿਉਂਕਿ ਹਰਸ਼ਵਰਧਨ ਦਾ ਜਿਹੜਾ ਡੈਥ ਸੀਗੀ ਉਹ 43 ਸਮਥਿੰਗ ਇੱਥੇ ਹੋ ਗਈ ਸੀ AD ਦੇ ਵਿੱਚ। ਹਰਸ਼ਵਰਧਨ ਦੇ ਟਾਈਮ 'ਤੇ ਹਿੰਦੁਸਤਾਨ ਦੇ ਵਿੱਚ ਕੀ ਚੱਲਦਾ ਪਿਆ ਸੀਗਾ, ਫੈਡਰਲਿਜ਼ਮ, ਸਾਮੰਤਵਾਦ ਚੱਲਦਾ ਪਿਆ ਸੀਗਾ। ਤਾਂ ਬਾਹਰੋਂ ਇੱਕ ਮੁਸਲਿਮ ਨੇ ਅਟੈਕ ਕੀਤਾ ਸੀ, ਕਿਉਂਕਿ 522-23 ਦੇ ਨੇੜੇ ਮੱਕੇ ਮਦੀਨੇ ਦੇ ਵਿੱਚ ਪ੍ਰੋਫਟ ਮੁਹੰਮਦ ਇਸਲਾਮ ਧਰਮ ਦਾ ਜਨਮ ਹੋਇਆ ਸੀਗਾ। ਉੱਥੋਂ ਪ੍ਰੋਫਟ ਮੁਹੰਮਦ ਨੇ ਪੂਰਾ ਧਰਮ ਜਿਹੜਾ ਹਿੰਦੁਸਤਾਨ ਪੂਰੇ ਵਰਲਡ ਦੇ ਵਿੱਚ ਫੈਲ ਗਿਆ, ਜਿੱਥੋਂ ਹਿੰਦੁਸਤਾਨ ਦੇ ਵਿੱਚ ਇੱਕ ਅਟੈਕ ਹੁੰਦਾ, ਜਿਸ ਦੇ ਵਿੱਚ ਕੀ ਸੀਗਾ, ਉਸ ਅਟੈਕ ਨੂੰ ਆਪਾਂ ਕਹਿੰਦੇ ਹਾਂ 712 ਦਾ ਅਟੈਕ ਹਿੰਦੁਸਤਾਨ ਦੇ ਵਿੱਚ ਜਦੋਂ ਇਸਲਾਮ ਧਰਮ ਆਇਆ, ਉਹ ਸੀਗਾ ਮੁਹੰਮਦ ਬਿਨ ਕਾਸਿਮ। ਇੱਥੋਂ ਕੀ ਹੁੰਦਾ ਜੀ, ਹਿੰਦੁਸਤਾਨ ਦੇ ਵਿੱਚ ਲਾਸਟ ਰਾਜਾ ਹਰਸ਼ਵਰਧਨ ਸੀਗਾ, ਉਹਦੇ ਥੱਲੇ ਰਾਜਪੂਤ ਹੁੰਦੇ ਸੀ। ਰਾਜਪੂਤ ਉਸ ਚੀਜ਼ ਨੂੰ ਕੰਟਰੋਲ ਨਹੀਂ ਕਰ ਪਾਏ, ਅਤੇ ਉਸ ਤੋਂ ਚੱਲ ਕੇ ਕੀ ਹੋਇਆ ਜੀ, ਮੁਹੰਮਦ ਬਿਨ ਕਾਸਿਮ ਨੇ ਹਿੰਦੁਸਤਾਨ
ਹਿੰਦੁਸਤਾਨ ਦਾ ਰਸਤਾ ਲੱਭਿਆ, ਉਸ ਨੂੰ ਆਪਾਂ ਪੜ੍ਹਾਂਗੇ ਪੂਰੀ ਡਿਟੇਲ ਦੇ ਵਿੱਚ ਜਦੋਂ ਆਪਾਂ ਅੱਗੇ ਪੜ੍ਹਾਂਗੇ ਹਿਸਟਰੀ ਨੂੰ। ਉਸ ਤੋਂ ਬਾਅਦ ਆਪਾਂ ਉਸ ਚੀਜ਼ ਨੂੰ ਆਪਾਂ ਡਿਟੇਲ ਦੇ ਵਿੱਚ ਦੱਸੂਗਾ ਵੀ ਉਹ ਕੀ ਰੀਜ਼ਨ ਸੀਗਾ, ਕਿਵੇਂ ਆਏ ਸੀਗੇ। ਤਾਂ ਆਪਾਂ ਜਸਟ ਇਹ ਅਟੈਕ ਯਾਦ ਕਰਨਾ ਕਿ ਪਹਿਲਾ ਅਟੈਕ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨੇ ਕਿਹੜਾ ਕੀਤਾ ਸੀ, ਮੁਹੰਮਦ ਬਿਨ ਕਾਸਿਮ ਨੇ 712 AD ਦੇ ਵਿੱਚ ਕੀਤਾ ਸੀਗਾ। ਤੇ ਇੰਡੀਆ ਦੇ ਵਿੱਚ ਰਾਜਪੂਤ ਚੱਲਦੇ ਪਏ ਸੀਗੇ ਤੇ ਮੁਸਲਮਾਨਾਂ ਨੇ ਸਾਡੇ ਉੱਪਰ ਅਟੈਕ ਕਰਤੇ ਸੀ। ਤੇ ਰਾਜਪੂਤਾਂ ਦੇ ਵਿੱਚ ਕਾਫੀ ਵੰਸ਼, ਚਮਾਰ, ਸਲੋਂਕੀ, ਕਾਫੀ ਜਿਹੜੇ ਵੰਸ਼ ਆਏ ਨੇ। ਉਹਦੇ ਵਿੱਚ ਆਪਾਂ ਇੱਕ ਚੌਹਾਨ ਵੰਸ਼ ਦਾ ਰਾਜਾ ਆਪਾਂ ਪੜ੍ਹਦੇ ਹੁੰਦੇ ਹਾਂ, ਪ੍ਰਿਥਵੀ ਰਾਜ ਚੌਹਾਨ ਥਰਡ, ਜਿਹੜਾ ਸੀ 1191 ਦੇ ਵਿੱਚ ਦਿੱਲੀ ਦੇ ਤਖਤ 'ਤੇ ਬੈਠਾ ਸੀ। ਉਹਦੇ ਵਿਆਹ ਹੋਇਆ ਸੀਗਾ ਤੋਮਰ ਵੰਸ਼ ਦੀ ਕੁੜੀ ਦੇ ਨਾਲ, ਜਿਸ ਦੇ ਕਾਰਨ ਉੱਧਰੋਂ ਮੁਹੰਮਦ ਬਿਨ ਗੋਰੀ ਤੇ ਗਜਨੀ ਨੇ ਹਮਲਾ ਕੀਤਾ ਸੀਗਾ। ਗਜਨੀ ਦੀ ਲੜਾਈ ਹੋਈ ਸੀ, ਇੱਧਰੋਂ ਇਹ ਵੀ ਹਿੰਦੁਸਤਾਨ ਆਇਆ ਸੀਗਾ। ਤੇ ਹਿੰਦੁਸਤਾਨ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਤੁਸੀਂ ਦੇਖਿਆ ਹੋਣਾ, ਕਹਾਣੀ ਪੜ੍ਹੀ ਹੋਣੀ, ਆਪਾਂ ਉਹ ਡਿਟੇਲ ਦੇ ਵਿੱਚ ਉਦੋਂ ਡਿਸਕਸ ਕਰਾਂਗੇ। ਤਾਂ ਉਹ ਗਜਨੀ ਤੇ ਗੌਰੀ ਨੇ ਅਟੈਕ ਕੀਤੇ, ਉਹ ਕੀ ਰੀਜ਼ਨ ਸੀਗੇ ਉਹ ਮੈਂ ਤੁਹਾਨੂੰ ਦੱਸੂਗਾ ਹਿਸਟਰੀ ਦੇ ਵਿੱਚ। ਇੱਥੋਂ ਚੌਹਾਨ ਵੰਸ਼ ਨੇ ਕਿਹੜੇ ਕਿਹੜੇ ਕੰਮ ਕੀਤੇ ਉਹ ਸਾਰੇ ਦੱਸੂਗਾ ਤੁਹਾਨੂੰ। ਰਾਜਪੂਤ ਫੈਮਿਲੀ ਆਪਾਂ ਪੜ੍ਹਾਂਗੇ ਸਾਰੀਆਂ। ਤਾਂ 1191-92 ਦੇ ਕਹਿੰਦੇ ਵੀ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦਾ ਰਾਜ ਖਤਮ ਹੋ ਗਿਆ ਤੇ ਇੱਥੇ ਮੁਹੰਮਦ ਗੋਰੀ ਨੇ ਆਪਣੇ ਗੁਲਾਮਾਂ ਨੂੰ ਬਿਠਾਤਾ ਸੀ ਹਿੰਦੁਸਤਾਨ ਦੇ ਵਿੱਚ। ਉਸੇ ਜਦੋਂ ਗੁਲਾਮ ਬਿਠਾ ਕੇ ਗਿਆ ਤਾਂ ਹਿੰਦੁਸਤਾਨ ਦੇ ਵਿੱਚ ਫਿਰ ਪ੍ਰਥਾ ਚੱਲੀ ਸੀ ਗੁਲਾਮ ਵੰਸ਼ ਤੇ ਉਹਨੂੰ ਆਪਾਂ ਕਹਿੰਦੇ ਹਾਂ ਦਿੱਲੀ ਸਲਤਨਤ। ਇਹਦੇ ਵਿੱਚ ਆਏ ਸੀ ਪੰਜ ਵੰਸ਼ ਆਏ ਸੀ। ਪਹਿਲਾ ਸੀ ਗੁਲਾਮ ਵੰਸ਼, ਉਸ ਤੋਂ ਬਾਅਦ ਆਏ ਕਿ ਆਪਣੇ ਗੁਲਾਮ ਤੋਂ ਬਾਅਦ ਆਏ ਸੀ ਖਿਲਜੀ, ਤੁਗਲਕ, ਸੈਯਦ ਤੇ ਆਪਾਂ ਫਿਰ ਬਾਅਦ 'ਚ ਪੜਾਂਗੇ ਲੋਧੀ। ਇਹ 5 ਰਾਜੇ ਆਏ ਸੀ ਜਿਨ੍ਹਾਂ ਦੇ ਮਤਲਬ 1206 ਤੋਂ ਆਪਣਾ ਰਾਜ ਕਰਨਾ ਸਟਾਰਟ ਕੀਤਾ ਸੀ ਤੇ 1526 ਤੱਕ ਇਹਨਾਂ ਨੇ ਆਪਣਾ ਰਾਜ ਕੀਤਾ ਸੀਗਾ। ਠੀਕ ਹੈ ਜੀ, ਇਸ ਸਾਰੇ ਨੂੰ ਆਪਾਂ ਪੜਾਂਗੇ 15 ਦਿੱਲੀ ਸਲਤਨਤ। ਠੀਕ ਹੈ, ਇੱਕ ਇੱਕ ਰਾਜੇ ਦੇ ਬਾਰੇ। ਇਲਤੁਤਮਿਸ਼ ਕੌਣ ਸੀਗਾ, ਬਲਬਨ ਕੌਣ ਸੀਗਾ, ਰਜ਼ੀਆ ਸੁਲਤਾਨਾ ਕੌਣ ਸੀ, ਖਿਲਜੀ ਅਲਾਉਦੀਨ ਖਿਲਜੀ ਕੌਣ ਸੀਗਾ, ਬਹਿਲੋਲ ਲੋਧੀ ਕੌਣ ਸੀਗਾ, ਇਬਰਾਹਿਮ ਲੋਧੀ ਕੌਣ ਸੀਗਾ, ਇਹ ਸਾਰੇ ਆਪਾਂ ਦਿੱਲੀ ਸਲਤਨਤ ਦੇ ਵਿੱਚ ਡਿਸਕਸ ਕਰਾਂਗੇ। ਉਸ ਤੋਂ ਬਾਅਦ ਜਦੋਂ ਟਾਈਮ ਪੀਰੀਅਡ ਆ ਗਿਆ ਤੁਹਾਡਾ 1526 ਦਾ, ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਕਿੰਨੇ ਅਟੈਕ ਕੀਤਾ ਸੀ, ਬਾਬਰ ਨੇ ਅਟੈਕ ਕੀਤਾ ਸੀ। ਤੇ ਬਾਬਰ ਜਿਹਨੇ ਆਪਣੇ ਵੰਸ਼ ਚਲਾਇਆ ਸੀਗਾ ਉਹ ਖਤਮ ਹੋਇਆ ਸੀਗਾ 1857 ਦੇ ਵਿੱਚ। ਬਾਬਰ ਦੇ ਪਹਿਲੇ 6 ਰਾਜੇ ਬੜੇ ਪਾਵਰਫੁਲ ਸੀ, ਉਸ ਤੋਂ ਬਾਅਦ 16 ਰਾਜੇ ਆਏ ਉਹ ਬੜੇ ਨਲਾਇਕ ਸੀਗੇ। ਠੀਕ ਹੈ ਜੀ, ਤੇ ਇਹ ਕੁੱਲ ਜਿਹੜੀ ਸਲਤਨਤ ਬਾਬਰ ਨੇ ਚਲਾਈ ਸੀ ਉਹਨੂੰ ਆਪਾਂ ਕਹਿੰਦੇ ਹਾਂ ਮੁਗਲਿਆ ਸਲਤਨਤ। ਮੁਗਲ ਡਾਇਨੈਸਟੀ ਦੇ ਬਾਰੇ ਆਪਾਂ ਪੜਾਂਗੇ। ਠੀਕ ਹੈ ਜੀ, ਮੁਗਲ ਰਾਜ ਦੇ ਬਾਰੇ ਪੜਾਂਗੇ ਸਾਰਾ। ਉਸ ਤੋਂ ਬਾਅਦ 57 ਤੋਂ ਬਾਅਦ ਇੰਡੀਆ ਦੇ ਵਿੱਚ ਲਗਭਗ 1600 ਦੇ ਟਾਈਮ ਦੇ ਨੇੜੇ ਤੇੜੇ ਇੰਡੀਆ ਦੇ ਵਿੱਚ ਆਉਣੇ ਸਟਾਰਟ ਹੋ ਗਏ ਸੀ ਬ੍ਰਿਟਿਸ਼, ਯੂਰੋਪੀਅਨ ਕਹਾਂਗੇ। ਤੇ ਇੰਡੀਆ ਦੇ ਵਿੱਚ ਪਹਿਲੇ 1600 ਦੇ ਨੇੜੇ ਤੇੜੇ ਆਉਣੇ ਸਟਾਰਟ ਹੋਏ ਸੀ ਪੁਰਤਗੀਜ਼, ਉਸ ਤੋਂ ਬਾਅਦ ਆ ਗਏ ਡੱਚ, ਫਿਰ ਆਏ ਡੈਨਿਸ਼ ਤੋਂ ਬਾਅਦ ਬ੍ਰਿਟਿਸ਼ ਤੋਂ ਬਾਅਦ ਫ੍ਰੈਂਚ। ਠੀਕ ਹੈ, ਤੇ ਇਹਨਾਂ ਸਾਰੀ ਈਸਟ ਇੰਡੀਆ ਕੰਪਨੀਆਂ ਬਣਾ ਕੇ ਹਿੰਦੁਸਤਾਨ ਦੇ ਵਿੱਚ ਆਏ ਤੇ ਫਾਈਨਲੀ ਇਹਨਾਂ ਨੇ 1757 ਤੇ 64 ਦੀ ਲੜਾਈ ਲੜ ਕੇ ਹਿੰਦੁਸਤਾਨ ਦੇ ਉੱਪਰ ਪੋਲੀਟੀਕਲੀ ਕਬਜ਼ਾ ਕਰਨਾ ਸਟਾਰਟ ਕੀਤਾ ਬ੍ਰਿਟਿਸ਼ ਨੇ। ਤੇ ਫਾਈਨਲੀ ਉਹਨਾਂ ਨੇ ਜਿਹੜੀ ਈਸਟ ਇੰਡੀਆ ਕੰਪਨੀ ਨੇ ਪਹਿਲਾ ਲੜਾਈ ਲੜੀ ਸੀ 1757 ਵਾਲੀ, 57 ਦੀ ਬੰਗਾਲ ਤੋਂ ਲੜਨਾ ਸਟਾਰਟ ਕੀਤਾ ਸੀਗਾ। ਉਸ ਤੋਂ ਬਾਅਦ 64 ਦੇ ਵਿੱਚ ਇਹਨਾਂ ਨੇ ਕਬਜ਼ਾ ਕੀਤਾ। ਉਸ ਤੋਂ ਬਾਅਦ ਪੂਰੇ 100 ਸਾਲਾਂ ਦੇ ਵਿੱਚ 1849 ਦੇ ਵਿੱਚ ਪੂਰਾ ਹਿੰਦੁਸਤਾਨ ਈਸਟ ਇੰਡੀਆ ਕੰਪਨੀ ਨੇ ਜਿੱਤਿਆ ਤੇ ਕਈ ਰੈਗੂਲੇਸ਼ਨ ਲਾਅ ਬਣਾਏ, ਕਈ ਐਕਟ ਬਣਾਏ, ਐਜੂਕੇਸ਼ਨ ਇੰਪਲੀਮੈਂਟ ਕੀਤਾ, ਕਾਫੀ ਪੋਸਟਾਂ ਹਿੰਦੁਸਤਾਨ ਦੇ ਵਿੱਚ ਬਣਾਈਆਂ। ਤੇ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਈਸਟ ਇੰਡੀਆ ਕੰਪਨੀ। ਤੇ ਹਿੰਦੁਸਤਾਨ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ ਬਹੁਤ ਅਤਿਆਚਾਰ ਵੀ ਕੀਤੇ, ਜਿਸ ਨੂੰ ਰੋਕਣ ਵਾਸਤੇ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਪਾਰਲੀਮੈਂਟ ਨੇ ਕੀ ਕੀਤਾ, ਇਹਨਾਂ ਨੂੰ ਅਬੋਲਿਸ਼ ਕਰਕੇ ਆਪਣਾ ਜਿਹੜਾ ਰਾਜ ਹੈ ਆਪਣੇ ਹੱਥ ਦੇ ਵਿੱਚ ਲੈ ਲਿਆ ਸੀ। ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਕੀ ਹੋਇਆ ਸੀ 1857 ਜਿਹੜਾ ਸਾਡਾ ਵਿਦਰੋਹ ਸੀ ਅੰਗਰੇਜ਼ਾਂ ਦੇ ਵਿਰੁੱਧ, ਤਾਂ ਈਸਟ ਇੰਡੀਆ ਕੰਪਨੀ ਨੂੰ ਖਤਮ ਕਰ ਦਿੱਤਾ ਗਿਆ ਤੇ ਅਸੀਂ ਸਿੱਧੇ ਕਿਹਦੇ ਅੰਡਰ ਚਲੇ ਗਏ ਸੀਗੇ ਜੀ 1857 ਦੇ ਵਿੱਚ ਚਲੇ ਗਏ ਸੀ ਅੰਗਰੇਜ਼ਾਂ ਦੇ ਬ੍ਰਿਟਿਸ਼ ਪਾਰਲੀਮੈਂਟ ਦੇ ਅੰਦਰ। ਫਿਰ ਇੱਥੋਂ ਸਟਾਰਟ ਹੋਇਆ ਸਾਡਾ ਸੰਵਿਧਾਨ ਬਣਨਾ, ਪੋਲਿਟੀ ਜਿਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ ਜੀ, ਉਹ ਪੋਲਿਟੀ ਦੇ ਵਿੱਚ ਪੜਾਂਗੇ। ਤੇ 1857 ਤੋਂ ਲੈ ਕੇ ਫਾਈਨਲੀ ਸਾਨੂੰ 1947 ਦੇ ਵਿੱਚ ਅੰਗਰੇਜ਼ਾਂ ਨੇ ਆਜ਼ਾਦ ਕੀਤਾ ਤੇ ਕਾਫੀ ਲਾਅ ਇੰਪਲੀਮੈਂਟ ਕੀਤੇ। ਇਹ ਸਾਰੀ ਹਿਸਟਰੀ ਹੈ ਜੀ। ਤਾਂ ਹਿਸਟਰੀ ਨੂੰ ਆਪਾਂ 3 ਹਿੱਸਿਆਂ 'ਚ ਡਿਵਾਈਡ ਕੀਤਾ। ਪਹਿਲੀ ਸੀ ਏਸ਼ੀਅਨਟ ਹਿਸਟਰੀ, ਜਦੋਂ ਆਪਾਂ 1000 AD ਤੱਕ ਦੇਖਿਆ ਸੀ 2500 ਤੋਂ ਲੈ ਕੇ। ਉਸ ਤੋਂ ਬਾਅਦ ਵਿੱਚੇ ਜਦੋਂ ਮੁਸਲਮਾਨ ਆ ਜਾਣਗੇ ਫਿਰ ਉਹਨਾਂ ਨੂੰ ਆਪਾਂ ਕਹਿੰਦੇ ਮਿਡਾਈਵਲ ਹਿਸਟਰੀ, ਮੱਧਕਾਲੀਨ ਭਾਰਤ। ਜਦੋਂ ਅੰਗਰੇਜ਼ ਆਉਣਗੇ ਉਹਨੂੰ ਆਪਾਂ ਕਹਾਂਗੇ ਮਾਡਰਨ ਹਿਸਟਰੀ, ਜਦੋਂ ਅੰਗਰੇਜ਼ਾਂ ਵਾਲੀ ਹਿਸਟਰੀ। ਠੀਕ ਹੈ ਜੀ, ਤਾਂ ਇਹ ਦੋਨੇ ਸਾਰੀਆਂ ਹਿਸਟਰੀਆਂ ਸਾਡੇ ਲਈ ਇੰਪੋਰਟੈਂਟ ਨੇ ਤੇ ਇਹ ਮੈਨੂੰ ਬਰੀਫਲੀ ਐਕਸਪਲੇਨ ਕਰੂੰਗਾ ਪ੍ਰੋਪਰ ਡਿਟੇਲ ਦੇ ਵਿੱਚ। ਇਹਦੇ ਨਾਲ ਆਈ ਹੋਪ ਕਿ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਕਿਹੜਾ ਪਰਸਨ ਪਹਿਲੇ ਆਇਆ ਸੀ, ਬਾਅਦ ਦੇ ਵਿੱਚ ਆਇਆ, ਤੇ ਇਹ ਸਾਰਾ ਤੁਹਾਨੂੰ ਡਿਸਕਸ ਕਰੂੰਗਾ ਡਿਟੇਲ ਦੇ ਵਿੱਚ ਤੇ ਆਪਣੀ ਨੈਕਸਟ ਆਉਣ ਵਾਲੀ ਸੀਰੀਜ਼ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆਇਆ ਹੋਵੇਗਾ। ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਕੇ ਆਪਣੇ ਫਰੈਂਡ ਨੂੰ ਜ਼ਰੂਰ ਦੱਸਣਾ। ਤੇ ਮਿਲਦੇ ਹਾਂ ਜੀ ਪਹਿਲੀ ਵੀਡੀਓ ਦੇ ਵਿੱਚ, ਜਦੋਂ ਆਪਾਂ ਜਦੋਂ ਵੀ ਇਨਸਾਨ ਦਾ ਜਨਮ ਕਿਵੇਂ ਹੋਇਆ, ਫਿਰ ਆਪਾਂ ਹੜੱਪਾ ਪੜਾਂਗੇ। ਉਸ ਤੋਂ ਬਾਅਦ ਇਨਸਾਨ ਦੇ ਜਨਮ ਤੋਂ ਲੈ ਕੇ ਸਾਰੀ ਕਹਾਣੀ
ਪੈਲੋਲਿਥਿਕ ਚੈਲਕੋਲਿਥਿਕ ਏਲਿਥਿਕ ਪੀਰੀਅਡ ਇਹ ਕੀ ਸੀ, ਇਹ ਸਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੇਖਾਂਗੇ। ਤੇ ਤਦ ਤੱਕ ਲਈ ਇੰਤਜ਼ਾਰ ਕਰੋ ਜੀ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ।